एक बार फिर स्वागत है जी साडे सारे दर्शकों का। और मुद्दा दे अज दे एपीसोड दे विच असीं जो बीते दिन गलबात कीती सी उस गलबात नूं जारी रखांगे। असीं मैंटल हैल्थ दी दिमागी सेहत दी गल कर रहे हां। बीते दिन गलबात शुरू करन लग्या मैं सुसाइड की रेफरेंस दित्ती सी साडी कम्यूनिटी दे विच। मैं फिर चेता करादा जकर हिलसाइड हॉस्पिटल दे विच मैंटल हैल्थ ते ड्रग डी एडिक्शन दे डायरैक्टर डॉक्टर अमरजोत सुरदर साडे विचकार मौजूद ने। डॉक्टर साहब थैंक यू कंटिन्यूइंग विद द सेकंड एपीसोड। जिहड़ी गल सब तो वध परेशान करने वाली है, कानूनी तौर पर सुसाइड नूं असीं गैर कानूनी जुर्म ते मन्निया होया आ, पर जिहड़ा कर गया उहदा ते कोई रिटर्न नहीं है, ना उहदा कोई फायदा है किसी नूं, ना उहने मुड़ के आउणा आ। फैमिली दा लॉस, सोसाइटी दा लॉस सब कुछ इंकलूडिड है। और तुसीं पिछले एपीसोड च गल कीती कि सारे दे सारे मैंटल इशूज़ तो बाद जाके बंदा सुसाइड ते पहुंचदा आ। तां हुण सवाल आउंदा आ पछाणिया किद्दां जावे कि ਇਹ ਟੈਂਡੈਂਸੀਜ਼ ਜਾਂ ਆਹ ਜੋ ਕੁਛ ਉਹਦੇ ਨਾਲ ਵਾਪਰ ਰਿਹਾ ਆ ਉਹਦੇ ਚ ਕੀ ਹੈਗਾ ਹੈ ਜਿਹੜਾ ਉਹਨੂੰ ਗਾਂ ਐਕਸਟ੍ਰੀਮ ਕੇਸ ਤੱਕ ਲਿਜਾ ਸਕਦਾ ਹੈ। ਦਵਿੰਦਰ ਤੁਹਾਡਾ ਕੁਐਸਚਨ ਬਹੁਤ ਹੀ ਰੈਲੇਵੈਂਟ ਹੈ। ਥੈਂਕ ਯੂ, ਤੁਸੀਂ ਇਹ ਕੁਐਸਚਨ ਪੁੱਛਿਆ, ਰੇਜ਼ ਕੀਤੀ ਇਸ਼ੂ। ਦੇਖੋ ਜਿਹੜਾ ਸੁਸਾਈਡ ਹੈ ਨਾ ਇਹ ਬਹੁਤ ਅਨਫੋਰਚੂਨੇਟ ਹੈ, ਇਟਸ ਰੀਅਲੀ ਅਨਫੋਰਚੂਨੇਟ। ਔਰ ਇਹ ਲਾਸ ਇਸ ਤਰ੍ਹਾਂ ਦੇ ਹੈ ਕਈ ਦਫਾ ਕਦੇ ਵੀ ਤੁਸੀਂ ਲਾਸ ਤੋਂ ਰਿਕਵਰ ਨਹੀਂ ਹੋ ਸਕਦੇ। ਠੀਕ ਹੈ। ਔਰ ਸਾਡੀ ਟੈਂਡੈਂਸੀ ਇਹ ਹੈ ਕਿ ਇਹ ਕਹਿੰਦੇ ਲੈ ਸਾਲਾ ਕਮਲਾ ਸੁਸਾइड कर गया, आ कर लेंदा, हाँ आ कर लेंदा। ਆਪਾਂ ਇਹ ਚੀਜ਼ ਨੂੰ ਇਸ ਤਰ੍ਹਾਂ ਕਹਿੰਦੇ ਵੀ ਚਲੋ ਠੀਕ ਹੈ ਵੀ ਆ ਪੋਸੀਬਲ ਸੀ, ਲੇਕਿਨ ਕੀ ਉਹ ਰੀਅਲੀ ਪੋਸੀਬਲ ਸੀ ਉਸ ਪਾਰਟਿਕੂਲਰ ਬੰਦੇ ਵਾਸਤੇ ਕਿ ਨਹੀਂ ਸੀ? ਕਿਉਂ ਜੀ ਨਹੀਂ ਈਜ਼ੀ ਸੀ ਤਾਂ ਉਹਨੂੰ ਨਜ਼ਰ ਕਿਉਂ ਨਹੀਂ ਆਇਆ? ਸੋ ਹੁਣ ਆਪਾਂ ਗੱਲ ਕਰਦੇ ਹਾਂ ਦੈਟਸ ਇੰਪੋਰਟੈਂਟ। ਹਾਂ ਕਿ ਉਹਨੂੰ ਨਜ਼ਰ ਕਿਉਂ ਨਹੀਂ ਆਇਆ, ਉਹਨੂੰ ਕਿਉਂ ਨਜ਼ਰ ਨਹੀਂ ਆਇਆ? ਇਹ ਚੀਜ਼ਾਂ ਹੁੰਦਾ ਕੀ ਆ ਜਦੋਂ ਕੋਈ ਵੀ ਪਰਸਨ ਇਹ ਸੁਸਾਈਡ ਕਰਦੇ ਆ ਨਾ, ਜਦੋਂ ਐਟ ਦੀ ਐਂਡ ਹੋ ਜਾਂਦਾ ਤਾਂ ਹੁਣ ਐਜ਼ ਏ ਪ੍ਰੋਫੈਸ਼ਨਲ ਮੈਂ ਬਹੁਤ ਸਿਚੁਏਸ਼ਨਸ ਦੇ ਨਾਲ ਦੇਖਦਾ ਜਿੱਥੇ ਕਈ ਦਫਾ ਸੁਸਾਈਡ ਤੋਂ ਬਾਅਦ ਔਰ ਮੋਸਟਲੀ ਸੁਸਾਈਡ ਤੋਂ ਪਹਿਲਾਂ ਕਈ ਲੋਕ ਡਾਕਟਰਾਂ ਕੋਲ ਆਉਂਦੇ, ਟ੍ਰੀਟਮੈਂਟ ਲੈਂਦੇ ਆ। ਆਮ ਤੌਰ ਤੇ ਜਿਹੜੇ ਪੇਸ਼ੈਂਟਸ ਜੋ ਵੀ ਲੋਕ ਸੁਸਾਈਡ ਕਰਦੇ ਆ ਐਟਲੀਸਟ ਜਿੱਥੇ ਮੈਂ ਕੰਮ ਕਰਦਾ ਔਰ ਸਾਈਕੈਟ੍ਰਿਕ ਕਮਿਊਨਿਟੀ ਦੇ ਵਿੱਚ ਉਹ ਲੋਕੀ ਡਾਕਟਰਾਂ ਕੋਲ ਜਾਂਦੇ ਆ ਡਾਕਟਰਾਂ ਕੋਲ, ਲੇਕਿਨ ਉਹ ਕਈ ਦਫਾ ਗੱਲ ਕਰ ਨਹੀਂ ਸਕਦੇ ਜਾਂ ਕਹਿੰਦੇ ਨਹੀਂ ਜਾਂ ਉਹ ਡਰਦੇ ਆ ਕਿ ਜੇ ਅਸੀਂ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਇਹ ਸਾਨੂੰ ਮਾੜਾ ਸਮਝਣਗੇ, ਸਾਨੂੰ ਚੰਗਾ ਕੇਸ ਨਹੀਂ ਸਮਝਣਗੇ ਜਾਂ ਕੁਛ ਇਸ ਤਰ੍ਹਾਂ ਹੋਰ। ਠੀਕ ਹੈ, ਸਾਨੂੰ ਲੈਣਗੇ ਨਹੀਂ ਐਜ਼ ਏ ਪੇਸ਼ੈਂਟ, ਸਾਨੂੰ ਰਿਜੈਕਟ ਕਰ ਦੇਣਗੇ। ਸੋ ਇਹ ਜਿਹੜੀ ਰਿਜੈਕਸ਼ਨ ਸੈਂਸਿਟੀਵਿਟੀ ਹੈ ਨਾ ਇਹ ਬਹੁਤ ਅੰਡਰਸਟੈਂਡ ਕਰਨ ਵਾਲੀ ਗੱਲ ਹੈ। ਜਿਹੜੇ ਸਾਈਕੀਆਟ੍ਰਿਕ ਮਰੀਜ਼ ਹੈ ਨਾ ਇਹ ਬਹੁਤ ਸੈਂਸਿਟਿਵ ਲੋਕ ਨੇ। ਦੇਖੋ ਤੁਹਾਡੇ ਕੋਲ ਜੌਬ ਆ, ਮੇਰੇ ਕੋਲ ਜੌਬ ਆ, ਘਰ, ਫੈਮਿਲੀ ਸਾਰਾ ਕੁਝ ਚਲੋ ਜਿਸ ਤਰ੍ਹਾਂ ਦਾ ਵੀ ਆਪਣਾ ਚੱਲਦਾ, ਫੈਮਿਲੀ ਲਾਈਫ ਚੱਲਦਾ ਹੈ ਨਾ। ਹੁਣ ਇਸ ਤੋਂ ਬਾਅਦ ਜਿਹੜਾ ਕੋਈ ਪਰਸਨ ਸਫਰ ਕਰ ਰਿਹਾ ਕੋਈ ਡਿਪਰੈਸ਼ਨ ਦੇ ਨਾਲ, ਠੀਕ ਆ, ਉਹ ਹੌਲੀ ਹੌਲੀ ਕੀ ਹੁੰਦਾ ਕਿ ਉਹਦੀ ਜੌਬ ਛੁੱਟ ਜਾਂਦੀ ਆ, ਹੌਲੀ ਹੌਲੀ ਉਹਨੂੰ ਫੈਮਿਲੀ ਵਾਲੇ ਪੁੱਛਣੋਂ ਹਟ ਜਾਂਦੇ ਆ। ਠੀਕ ਹੈ, ਵਿਆਹ ਸ਼ਾਦੀ ਤੇ ਬੁਲਾਉਣੋਂ ਹਟ ਜਾਂਦੇ ਆ, ਸੋਸਾਇਟੀ ਜਜਮੈਂਟਲ ਹੋਣ ਲੱਗ ਜਾਂਦੀ ਹੈ। ਆਪਣੇ ਲੋਕਾਂ ਚ ਟੈਂਡੈਂਸੀ ਕੀ ਆ ਕਿ ਆਪਾਂ ਐਕਸੈਪਟ ਨਹੀਂ ਕਰਦੇ ਕਿ ਸੋ ਉਹ ਐਕਸੈਪਟ ਨਾ ਕਰਨ ਦੇ ਨਾਲ ਹੁੰਦਾ ਕੀ ਆ ਅਬੈਂਡਨਮੈਂਟ ਮਤਲਬ ਕੀ ਹੈ ਕਿ ਉਹ ਪਰਸਨ ਹੈ ਨਾ ਜਿਹੜਾ ਉਹਨੂੰ ਇਹ ਮਹਿਸੂਸ ਹੁੰਦਾ ਮੇਰੀ ਆਪਣੀ ਫੈਮਿਲੀ ਮੈਨੂੰ ਨਹੀਂ ਬੁਲਾਉਂਦੀ ਜਾਂ ਮੇਰੇ ਦੋਸਤ ਆ ਉਹ ਮੈਨੂੰ ਗੱਲ ਕਰਕੇ ਮੇਰੇ ਨਾਲ ਰਾਜੀ ਨਹੀਂ, ਕਿਉਂ? ਮੇਰੇ ਕੋਲ ਜੌਬ ਹੈ ਨਹੀਂ, ਮੇਰੇ ਕੋਲ ਜੌਬ ਛੁੱਟ ਗਈ ਜਾਂ ਇਸ ਤਰ੍ਹਾਂ ਹੋ ਗਿਆ। ਉਹ ਇਹ ਸਭ ਡਿਪਰੈਸ਼ਨ ਕਰਦਿਆਂ ਆਪਣੇ ਲੋਕ ਫਿਰ ਆਪਣੀ ਸੁਸਾਇਟੀ ਵਿੱਚ ਅਕਸਰ ਬਾਅਦ ਦੇ ਵਿੱਚ ਕਹਿੰਦੇ ਆ ਵੀ ਆਪਾਂ ਸਾਰਾ ਕੁਝ ਚੰਗਾ ਭਲਾ ਸੀ, ਇਹ ਸੀ ਉਹ ਸੀ। ਠੀਕ ਹੈ, ਲੇਕਿਨ ਜਿਹੜਾ ਪਰਸਨ ਹੈ ਉਹਨੂੰ ਉਹ ਚੰਗਾ ਭਲਾ ਉਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ। ਪਰ ਕੁਝ ਕੇਸਿਸ ਐਸੇ ਵੀ ਹੈਗੇ ਜਿਹਦੇ ਚ ਸ਼ਾਇਦ ਬਹੁਤ ਲੰਬਾ ਟਾਈਮ ਨਹੀਂ ਗਿਆ, ਜਿੱਦਾਂ ਸਟੂਡੈਂਟ ਸੁਸਾਇਡ ਦੀ ਗੱਲ ਹੈ, ਰਿਜ਼ਲਟ ਆਇਆ ਤੇ ਅਗਲੇ ਦਿਨ ਸੁਸਾਈਡ ਹੋ ਗਿਆ, ਉਹਦੇ ਚ ਕੋਈ ਇੰਨਾ ਟਾਈਮ ਨਹੀਂ ਉਹਨੂੰ ਮਿਲਿਆ ਸਫਰ ਕਰਨ ਦਾ, ਤਾਂ ਉਹਦੇ ਚ ਕੀ ਪਹਿਲਾਂ ਤੋਂ ਇਨਬਿਲਟ ਸੀ ਸਭ ਕੁਝ ਉਹ? ਹਾਂ, ਇਹ ਬਿਲਕੁਲ ਇਹ ਬਹੁਤ ਵੈਸੇ ਬਹੁਤ ਇੰਪੋਰਟੈਂਟ ਗੱਲ ਤੁਸੀਂ ਰੇਜ਼ ਕੀਤੀ। ਦੇਖੋ ਦੋ ਕਿਸਮ ਦੇ ਸੁਸਾਈਡਸ ਹੁੰਦੇ ਨੇ। ਵੈਸੇ ਮੋਸਟ ਆਫ ਦਾ ਸੁਸਾਈਡਸ ਦਾ ਜਿਹੜਾ ਐਂਡ ਰਿਜ਼ਲਟ ਆਪਾਂ ਨੂੰ ਪਤਾ ਹੀ ਹੈ, ਐਂਡ ਆਫ ਲਾਈਫ। ਠੀਕ ਹੈ, ਲੇਕਿਨ ਕੁਝ ਜਿਹੜੇ ਸੁਸਾਈਡਸ ਨੇ ਉਹ ਐਕਸੀਡੈਂਟਲ ਸੁਸਾਈਡਸ ਨੇ, ਕੁਝ ਜਿਹੜੇ ਸੁਸਾਈਡਸ ਨੇ ਉਹ ਪਲੈਨਡ ਸੁਸਾਈਡ ਨੇ। ਠੀਕ ਹੈ, ਜੇ ਆਪਾਂ ਸਮਝ ਗਏ ਇਹਦਾ ਮਤਲਬ ਇਹਦਾ ਕੀ ਆ। ਦੇਖੋ ਜਿਹੜੇ ਪਲੈਨਡ ਸੁਸਾਈਡ ਨੇ ਨਾ ਉਹ ਸੁਸਾਈਡ ਨੇ ਜਿਹਦੇ ਵਿੱਚ ਜਿਹੜਾ ਪੇਸ਼ੈਂਟ ਹੈ, ਜਿਹੜਾ ਸਫਰ ਕਰ ਰਿਹਾ ਪਰਸਨ, ਉਹਨੂੰ ਹੋਰ ਸਭ ਕੁਝ ਉਹਦੇ ਦਰਵਾਜ਼ੇ ਬੰਦ ਹੋ ਚੁੱਕੇ ਆ, ਉਹਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ, ਉਹਨੂੰ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ ਕਿ ਜਿਹਦੇ ਵਿੱਚ ਉਹ ਉਸ ਚੀਜ਼ ਤੋਂ ਨਿਕਲ ਸਕੂਗਾ। ਉਹ ਬੰਦਾ ਇੱਕ ਹੋਪਲੈਸਨੈਸ ਦੀ ਸਿਚੁਏਸ਼ਨ ਚ ਪਹੁੰਚ ਚੁੱਕਿਆ, ਉਹਦੇ ਕੋਲ ਕੋਈ ਹੋਪ ਨਹੀਂ,
ਉਹਦੇ ਕੋਲ ਕੋਈ ਨਜ਼ਰੀਆ ਨਹੀਂ, ਕੋਈ ਰਾਹ ਨਹੀਂ, ਉਹਨੂੰ ਇੱਕੋ ਹੀ ਚੀਜ਼ ਨਜ਼ਰ ਆਉਂਦੀ ਹੈ, ਜੇ ਮੈਂ ਮਰ ਜਾਊਂਗਾ ਨਾ ਤੇ ਫੇਰ ਹੀ ਮੇਰੀ ਨਿਜਾਤ ਹੋਣੀ ਹੈ, ਅਦਰਵਾਈਜ਼ ਮੈਨੂੰ ਨਹੀਂ ਪਤਾ ਕਿ ਮੈਂ ਇਸ ਚੀਜ਼ ਚੋਂ ਕਿਵੇਂ ਠੀਕ ਕਰ ਸਕਦਾ, ਜਾਂ ਮੈਂ ਕਿਵੇਂ ਪੈਸੇ ਮੋੜੂੰਗਾ, ਜਾਂ ਕਿਵੇਂ ਮੈਂ ਇਸ ਚੀਜ਼ ਨੂੰ ਮੈਂ ਲੋਕਾਂ ਨੂੰ ਦੱਸੂੰਗਾ ਕੀ ਜੋ ਵੀ ਬੜਾ ਹੈ ਨਾ। ਅੱਛਾ, ਇਹ ਹੈਗਾ ਇੱਕ ਪਲੈਨਡ ਸੁਸਾਈਡ। ਇਹਦੇ ਵਿੱਚ ਲੋਕੀ ਕੀ ਕਰਦੇ ਆ, ਪਹਿਲਾਂ ਸੋਚਦੇ ਆ ਇਸ ਚੀਜ਼ ਬਾਰੇ, ਸੋਚੀ ਜਾਂਦੇ ਆ, ਫਿਰ ਉਹ ਕੀ ਕਰਦੇ, ਫਿਰ ਉਹ ਦੇਖਦੇ ਆ ਟਰਾਈ ਕਰਕੇ ਵੀ ਇੰਨੇ ਕੁ ਨਾਲ ਆ ਚੀਜ਼ ਹੋ ਜੂ, ਨਹੀਂ ਹੋਣੀ, ਇੰਨੇ ਕੁ ਨਾਲ ਆ ਚੀਜ਼ ਹੋ ਜੂ, ਨਹੀਂ ਹੋਣੀ, ਕਿਸ ਤਰ੍ਹਾਂ ਕਰੂੰਗਾ, ਉਹਨੂੰ ਕਹਿੰਦੇ ਆ ਐਕਸਰਸਾਈਜ਼। ਸੁਸਾਈਡ ਐਕਸਰਸਾਈਜ਼ ਕਹਿੰਦੇ ਆ, ਬਹੁਤ ਲੋਕੀ ਕਰਦੇ ਆ। ਪਹਿਲਾਂ ਜੇ ਕਿਸੇ ਨੇ ਮੈਂਟਲ ਵੀ ਹੋ ਸਕਦੀ ਤੇ ਪ੍ਰੈਕਟੀਕਲ ਵੀ ਹੋ ਸਕਦੀ ਹੈ। ਹਾਂ, ਪ੍ਰੈਕਟੀਕਲ ਇਸ ਤਰ੍ਹਾਂ ਕਿ ਐਕਚੁਅਲ ਸੁਸਾਈਡ ਕਰਨ ਤੋਂ ਪਹਿਲਾਂ ਅਗਲੇ ਨੇ ਰਿਸਰਚ ਤਾਂ ਕਰਨੀ ਹੈ ਨਾ। ਦੇਖੋ, ਮੈਂ ਫੰਦਾ ਆਪਣੇ ਆਪ ਨੂੰ ਫਾਹਾ ਲਾ ਕੇ ਮਰਨਾ, ਮੈਨੂੰ ਰੱਸਾ ਚਾਹੀਦਾ, ਮੈਂ ਕਦੋਂ ਰੱਸਾ ਲਿਆਉਂਗਾ, ਠੀਕ ਹੈ, ਮੇਰੀ ਵਾਈਫ ਕੰਮ ਤੇ ਚੱਲ ਜੂਗੀ, ਬੱਚੇ ਕਾਲਜ ਗਏ ਹੋਏ ਆ, ਕੋਈ ਹੈ ਨਹੀਂ ਘਰੇ, ਤਾਂ ਮੈਂ ਡੋਰ ਲੌਕ ਲਾਤਾ, ਫੋਨ ਆਫ ਕਰਤੇ, ਲਾਈਟਾਂ ਆਫ ਕਰਤੀਆਂ, ਕਿਸੇ ਨੂੰ ਸ਼ੱਕ ਨਾ ਪਵੇ। ਇਹ ਪਲੈਨਿੰਗ ਦਾ ਇੱਕ ਫੇਜ਼ ਹੈ। ਹੁਣ ਲੋਕੀ ਕਰਦੇ ਸੀਕ੍ਰੇਟਲੀ ਆ, ਠੀਕ ਹੈ ਨਾ, ਕੋਈ ਦੱਸ ਕੇ ਨਹੀਂ ਕਰਦਾ ਕਿ ਮੈਂ ਸੁਸਾਈਡ ਕਰਨ ਲੱਗਾ, ਜਦੋਂ ਚੱਲ ਗਈ ਮੈਂ ਉਦੋਂ ਕਰੂੰ, ਨਹੀਂ, ਸੀਕ੍ਰੇਟਲੀ ਕਰਦੇ ਆ, ਪਰ ਇਹ ਐਕਸਰਸਾਈਜ਼ ਦਾ ਇੱਕ ਪਾਰਟ ਹੈ, ਠੀਕ ਹੈ। ਸੋ ਥੀਸ ਆਰ ਪਲੈਨਡ ਸੁਸਾਈਡਸ। ਕੁਝ ਹੈਗੇ ਐਕਸੀਡੈਂਟਲ ਸੁਸਾਈਡਸ। ਐਕਸੀਡੈਂਟਲ ਸੁਸਾਈਡ ਦਾ ਮਤਲਬ ਕਿਦਾਂ, ਜਿਵੇਂ ਸਟੂਡੈਂਟਸ ਦੀ ਤੁਸੀਂ ਗੱਲ ਕੀਤੀ ਹਨਾ, ਜਾਂ ਕਿਸੇ ਨੇ ਇੱਕ ਹਸਬੈਂਡ ਵਾਈਫ ਦੀ ਕੋਈ ਪ੍ਰੋਬਲਮ ਹੋ ਗਈ, ਕੋਈ ਸਪੋਜ਼ ਕਰ ਲਓ ਹਨਾ, ਤੇ ਵਾਈਫ ਨੇ ਕਿਹਾ ਜੇ ਤੂੰ ਮੈਨੂੰ ਨਾ ਬੁਲਾਇਆ ਤੇ ਮੈਂ ਮਰ ਜਾਣਾ, ਠੀਕ ਹੈ, ਜਾਂ ਮੈਂ ਕੁਝ ਖਾ ਕੇ ਮਰ ਜਾਣਾ। ਹੁਣ ਉਹਦਾ ਮਤਲਬ ਖਾ ਕੇ ਮਰਨ ਦਾ ਉਹਦਾ ਇਰਾਦਾ ਨਹੀਂ ਹੈ, ਉਹਦਾ ਇਰਾਦਾ ਤਾਂ ਇੰਨਾ ਹੀ ਹੈ ਕਿ ਵੀ ਦੇਖ ਪਾ ਤੂੰ ਆਹ ਕੰਮ ਨਾ ਕਰ, ਤੂੰ ਨੈਗੋਸ਼ੀਏਸ਼ਨ ਆਓ, ਹਾਂ, ਠੀਕ ਹੈ ਨਾ, ਦੈਟ ਇਜ਼ ਐਕਸੀਡੈਂਟਲ। ਹੁਣ ਉਹਦੇ ਵਿੱਚ ਕੀ ਕੀਤਾ, ਉਹਨੂੰ ਲੱਗਿਆ ਵੀ ਚੱਲ ਮੈਂ ਜੇ ਮਾੜਾ ਜਿਹਾ ਏਦਾਂ ਨਾਟਕ ਕਰੂੰ ਤੇ ਇਹ ਪਰਸਨ ਡਰ ਜੂ ਤੇ ਕੁਝ ਨਹੀਂ ਹੋਣਾ, ਲੇਕਿਨ ਕਈ ਦਫਾ ਨਾਟਕ ਦੀ ਬਜਾਏ ਸੱਚਾਈ ਬਣ ਜਾਂਦਾ ਹਨਾ। ਉਹਨੂੰ ਨਹੀਂ ਪਤਾ ਕਿ ਵੀ ਕਿੰਨੇ ਦੇ ਨਾਲ ਡੈਥ ਹੋਣੀ, ਕਿੰਨੇ ਦੇ ਨਾਲ ਨਹੀਂ ਡੈਥ ਹੋਣੀ। ਉਹਨੇ ਕਿਹਾ ਵੀ ਲੈ 2 ਗੋਲੀ ਤਾਂ ਮੈਂ ਹੈਡੇਕ ਵਾਸਤੇ ਲੈਣੀ ਹੋਈ ਆ, ਲੈ ਮੈਂ ਜੇ 6 ਲੈ ਲੂੰਗੀ ਤੇ ਕੀ ਹੋ ਜਾਊ ਨਾ, ਅਗਲੇ ਨੂੰ ਲੱਗੂਗਾ ਕਿ ਮੈਂ। ਸੋ ਦੈਟ ਇਜ਼ ਏ ਐਕਸੀਡੈਂਟਲ ਸੁਸਾਈਡ। ਉਹ ਵੀ ਕੇਸ ਆਉਂਦੇ ਨੇ ਸਾਡੇ ਕੋਲ, ਠੀਕ ਹੈ ਨਾ, ਜਿੱਥੇ ਕਈ ਦਫਾ ਇਹਨੂੰ ਅਸੀਂ ਕਹਿੰਦੇ ਸਾਈਕੋਲੋਜੀਕਲ ਆਟੋਪਸੀ, ਵੀ ਇਹ ਪਰਸਨ ਦਾ ਕਿਸ ਤਰ੍ਹਾਂ ਹੋਇਆ ਇਵੈਂਚੁਅਲੀ, ਮਤਲਬ ਸਮਝਣ ਦੀ ਕੋਸ਼ਿਸ਼ ਕਰਦੇ। ਪਰ 2 ਕਿਸਮ ਦੇ ਸੁਸਾਈਡਸ ਨੇ ਮੇਨਲੀ, ਜਿਸ ਤਰ੍ਹਾਂ ਮੈਂ ਸਮਝਾਇਆ, ਐਕਸੀਡੈਂਟਲ ਔਰ ਪਲੈਨਡ। ਸੋ ਦੈਟ ਇਜ਼ ਅ ਅਨਫੋਰਚੂਨੇਟ ਸਿਚੁਏਸ਼ਨ ਕਿ ਸੁਸਾਈਡ ਹੁੰਦਾ। ਓਕੇ, ਸੋ ਸਵਾਲ ਇਹ ਹੈ ਕਿ ਸੁਸਾਈਡ ਕਿੱਦਾਂ ਰੋਕੇ ਜਾਣ। ਜੇ 100% ਨਹੀਂ ਰੁਕਦੇ ਤਾਂ ਇਹੋ ਜਿਹੇ ਕੇਸਿਸ ਜਿਹੜੇ ਆਇਡੈਂਟੀਫਾਈ ਹੋ ਸਕਣ, ਤਾਂ ਅਸੀਂ ਸਿੰਪਟਮਸ ਵੱਲ ਚੱਲੀਏ। ਬਿਲਕੁਲ। ਹੁਣ ਦੇਖੋ, ਸੁਸਾਈਡ ਦੇ ਸਿੰਪਟਮ ਕੀ ਆ? ਸੁਸਾਈਡ ਦਾ ਸਿੰਪਟਮ ਕੋਈ ਨਹੀਂ, ਅਨਫੋਰਚੂਨੇਟ ਡਿਪਰੈਸ਼ਨ ਹੈ, ਮੂਡ ਡਿਸਆਰਡਰ ਹੈ, ਕਈ ਦਫਾ ਡਰਗ ਅਬਿਊਜ਼ ਹੈ, ਠੀਕ ਹੈ। ਵਨ ਸਿੰਪਟਮ ਜਿਹੜਾ ਸੁਸਾਈਡ ਦਾ ਹੈ ਉਹ ਡੈਫੀਨੇਟਲੀ ਇਹ ਆ ਕਿ ਪਰਸਨ ਨੂੰ ਸੁਸਾਈਡ ਤੋਂ ਬਗੈਰ ਹੋਰ ਕੋਈ ਵੀ ਆਲਟਰਨੇਟਿਵ ਪ੍ਰੈਕਟੀਕਲੀ ਪੋਸੀਬਲ ਨਜ਼ਰ ਨਹੀਂ ਆਉਂਦਾ। ਉਹਨੂੰ ਲੱਗਦਾ ਨਹੀਂਗਾ ਕਿ ਮੈਂ ਇਹ ਡਰੱਗਸ ਤੋਂ ਕਦੇ ਮੇਰੀ ਖਹਿੜਾ ਛੁੱਟਣਾ, ਠੀਕ ਹੈ। ਉਹਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਪਰਸਨ ਜੋ ਮੈਨੂੰ ਤੰਗ ਇੰਨਾ ਕਰ ਰਿਹਾ, ਮੈਂ ਇਸ ਪਰਸਨ ਦੇ ਨਾਲ ਫਾਈਟ ਨਹੀਂ ਕਰ ਸਕਦਾ ਕਿਉਂਕਿ ਮੇਰੇ ਚ ਇੰਨੀ ਕਰੇਜ ਨਹੀਂ ਜਾਂ ਕੁਝ ਹੋਰ ਹੈ, ਤਾਂ ਮੈਨੂੰ ਸਿਰਫ ਸੁਸਾਈਡ ਹੀ ਨਜ਼ਰ ਆਉਂਦਾ। ਜਿਸ ਤਰ੍ਹਾਂ ਬੁਲਿੰਗ ਕਰਦੇ ਕਈ ਦਫਾ, ਕਿਡਸ ਨੂੰ ਬੁਲਿੰਗ ਕਰਦੇ ਕਈ ਦਫਾ, ਸੋ ਇਸ ਤਰ੍ਹਾਂ। ਪਰ ਹੋਪਲੈਸਨੈਸ ਜਿਹੜੀ ਹੁੰਦੀ ਹੈ ਨਾ, ਉਹ ਡੈਫੀਨੇਟ ਉਸ ਚੀਜ਼ ਦੇ ਵਿੱਚ ਹੁੰਦੀ ਸਿੰਪਟਮ ਹੈ। ਹੋਪਲੈਸਨੈਸ, ਆਸ ਛੱਡ ਜਾਣਾ। ਬਿਲਕੁਲ। ਜਦੋਂ ਬੰਦਾ ਮਾਯੂਸ ਹੋ ਜਾਂਦਾ ਨਾ, ਮਾਯੂਸ ਹੋਣ ਤੋਂ ਬਾਅਦ ਅਗਲਾ ਕਹਿੰਦਾ ਮੈਂ ਤਾਂ ਮੁਰਦਿਆਂ ਵਰਗਾ ਹੈ, ਜਿਉਂਦਿਆਂ ਮਰਦਿਆਂ ਮੈਨੂੰ ਤਾਂ ਕੋਈ ਫਰਕ ਬਰਾਬਰ ਹੈ। ਹੁਣ ਜੇ ਤੁਸੀਂ ਇਸ ਚੀਜ਼ ਨੂੰ ਸਮਝ ਕੇ ਦੇਖੋ, ਉਸ ਪਰਸਨ ਦੇ ਵਾਸਤੇ ਜ਼ਿੰਦਗੀ ਜਿਉਣ ਦਾ ਕੀ ਚਾਹ ਹੈ? ਕੋਈ ਬਹੁਤਾ ਚਾਹ ਨਹੀਂ ਹੈ, ਠੀਕ ਹੈ। ਉਸ ਪਰਸਨ ਨੂੰ ਕੋਈ ਨਜ਼ਰ ਆਉਂਦੀ ਹੈ ਕੋਈ ਕਿਸੇ ਪਾਸੋਂ ਕੋਈ। ਡਾਕਟਰ ਸਾਹਿਬ, ਤੁਸੀਂ ਜਦੋਂ ਇਹ ਗੱਲ ਕਰਦੇ ਹੋ, ਇਹ ਸ਼ਾਇਦ ਬੰਦਾ ਫੇਰ ਵੀ ਸਮਝ ਲਵੇ ਕੋਈ ਕਿਸੇ ਦੀਆਂ ਗੱਲਾਂ ਚੋਂ ਜਾਂ ਉਹਦੀਆਂ ਹਰਕਤਾਂ ਚੋਂ। ਮੈਂ ਫਿਰ ਦੁਬਾਰਾ ਉਧਰ ਨੂੰ ਆਉਣਾ ਚਾਹੁੰਦਾ। ਬਹੁਤ ਸਾਰੇ, ਜਿੱਦਾਂ ਬੁਲਿੰਗ ਦੀ ਤੁਸੀਂ ਗੱਲ ਕੀਤੀ ਹੈ, ਸਕੂਲ ਦੇ ਵਿੱਚ ਅਫੈਕਟਡ ਬੱਚਾ ਆ, ਉਹ ਸ਼ਾਇਦ ਮਾਂ ਬਾਪ ਨੂੰ ਦੱਸ ਨਹੀਂ ਸਕਿਆ, ਪਰ ਉਹ ਕੱਟ ਆਫ ਸੀਗਾ, ਉਹ ਤੇ ਮਾਂ ਬਾਪ ਨੇ ਧਿਆਨ ਨਹੀਂ ਦਿੱਤਾ, ਉਹ ਇੱਕ ਸਿੰਪਟਮ ਸੀਗਾ। ਸੋ ਇਦਾਂ ਦੇ ਕਿਹੜੇ ਸਿੰਪਟਮਸ ਜਿਹੜੇ ਆਇਡੈਂਟੀਫਾਈਏਬਲ? ਅਸੀਂ ਵਾਰ-ਵਾਰ ਕਿਸਾਨ ਸੁਸਾਇਟੀ ਦੀ ਗੱਲ ਕਰਦੇ ਹਾਂ। ਪਿਛਲੇ 6 ਮਹੀਨਿਆਂ ਦੇ ਵਿੱਚ 6-7 ਯੈਲੋ ਕੈਬ ਡਰਾਈਵਰ ਨਿਊਯਾਰਕ 'ਚ ਸੁਸਾਈਡ ਕਰ ਚੁੱਕੇ ਨੇ। ਉਹ ਲੋਕ ਕੰਮ ਕਰ ਰਹੇ ਹੈ, ਜ਼ਿੰਦਗੀ ਜਿਉ ਰਹੇ, ਰੋਜ਼ੀ ਰੋਟੀ ਕਮਾ ਰਹੇ ਬੱਚਿਆਂ ਦੀ, ਤੇ ਆਲ ਆਫ ਅ ਸਡਨ ਉਹ ਜ਼ਿੰਦਗੀ ਖਤਮ ਕਰ ਦਿੰਦੇ। ਹਾਂਜੀ, ਇਹ ਦਵਿੰਦਰ unfortunate really. I want to express my support and empathy for the people who lost their loved ones, ਪਰ ਇਹ ਇੰਨਾ all of a sudden actually ਹੈ ਨਹੀਂ। all of a sudden slow build up ਹੈ, all of a sudden ਆਪਾਂ ਨੂੰ ਨਜ਼ਰ ਆਉਂਦਾ। ਸੋ ਕਿੱਦਾਂ ਪਛਾਣਿਆ ਜਾਏ? ਉਹ ਪਛਾਣਿਆ ਇਹ ਇਦਾਂ ਜਾਂਦਾ ਹੈ ਕਿ ਜਿਹੜੀ ਮੈਂ ਹੋਪਲੈਸਨੈਸ ਦੀ ਗੱਲ ਕੀਤੀ ਹੈ ਨਾ,
ਸੋਸਾਇਟੀ ਦੇ ਵਿੱਚ ਸਟ੍ਰੈਸ ਹੈਗੇ ਆ, ਚੇਂਜਸ ਹੈਗੇ ਆ, ਆਪਣੇ ਹੁੰਦੇ ਰਹਿੰਦੇ, ਬਿਲਡ ਅਪ ਹੁੰਦੇ ਰਹਿੰਦੇ। ਇਸ ਚੀਜ਼ ਨੂੰ ਜੇ ਪਛਾਣਨਾ ਹੈ ਨਾ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਚੀਜ਼ਾਂ ਨਾ ਐਕਸੈਪਟ ਕਰਨੀਆਂ ਪੈਣੀਆਂ ਇੱਕ ਦੂਜੇ ਦੇ ਨਾਲ, ਕਿ ਵੀ ਇਹ ਵਾਕਈ ਹੁੰਦਾ ਹੈ, ਕੁਝ ਰੀਅਲੀ ਇਹ ਹੈ, ਇਹ ਜੀ ਡਿਪਰੈਸ਼ਨ ਹੈ, ਇਹ ਹੋਪਲੈਸਨੈਸ ਹੈ, ਇਹ ਰੀਅਲੀ ਹੈ। ਠੀਕ ਹੈ ਨਾ, ਕਿ ਇਹ ਚੀਜ਼ ਕੋਈ ਕਿਤਾਬੀ ਗੱਲਾਂ ਨਹੀਂ ਹੈਗੀਆਂ, ਇਹ ਕੋਈ ਟੀਵੀ ਤੇ ਦੇਖਣ ਵਾਲੀ ਇੰਟਰਵਿਊ ਦੀਆਂ ਗੱਲਾਂ ਨਹੀਂ ਹੈਗੀਆਂ, ਇਹ ਵਾਕਈ ਆਪਣੇ ਲੋਕਾਂ ਨਾਲ ਹੁੰਦਾ। ਇਕੱਲਾ ਫਿਲਮਾਂ 'ਚ ਨਹੀਂ ਹੁੰਦਾ, ਸਿਰਫ ਫਿਲਮਾਂ 'ਚ ਨਹੀਂ ਹੈਗਾ, ਇਹ ਵਾਕਈ ਰਿਐਲਿਟੀ ਆ। ਤੇ ਇਸ ਚੀਜ਼ ਨੂੰ ਆਪਾਂ ਐਕਸੈਪਟ ਕਰਨਾ। ਜਦੋਂ ਆਪਾਂ ਇਸ ਚੀਜ਼ ਨੂੰ ਐਕਸੈਪਟ ਕਰਦੇ ਆ, ਤਾਂ ਉਦੋਂ ਆਪਾਂ ਨੂੰ ਉਹ ਚੀਜ਼ਾਂ ਹੌਲੀ ਹੌਲੀ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਐਕਸੈਪਟੈਂਸ ਇਸ ਗੱਲ ਦੀ ਕਿ ਸਾਡੀ ਸੋਸਾਇਟੀ ਦੇ ਵਿੱਚ ਡਿਪਰੈਸ਼ਨ ਮਾਨਸਿਕ ਪਰੇਸ਼ਾਨੀ ਹੈ, ਔਰ ਉਹ ਬੰਦਾ ਪਾਗਲ ਨਹੀਂ ਹੈ, ਉਹ ਬਿਮਾਰ ਹੈ, ਉਹਨੂੰ ਮਦਦ ਦੀ ਲੋੜ ਆ ਉਹਨੂੰ, ਚਾਹੇ ਉਹ ਕੋਈ ਡਰਗ ਅਫੈਕਟਡ ਵੀ ਹੈ। ਬਿਲਕੁਲ, ਡਰਗ ਅਫੈਕਟਡ ਨੂੰ ਵੀ ਮਦਦ ਦੀ ਲੋੜ ਆ। ਮੇਰੇ ਕੋਲ ਕਿੰਨੇ ਲੋਕ ਆਉਂਦੇ ਜਿਹੜੇ ਡਰਗ ਅਫੈਕਟਡ ਆ, ਉਹਨਾਂ ਦੀ ਟ੍ਰੀਟਮੈਂਟ ਅਸੀਂ ਕਰਦੇ ਆ। ਠੀਕ ਹੈ, ਐਂਡ ਦੈਟਸ ਇੰਪੋਰਟੈਂਟ ਵਰਡ। ਤੁਸੀਂ ਐਡਿਕਟਡ ਨਹੀਂ ਕਹਿ ਰਹੇ, ਅਫੈਕਟਡ ਕਹਿ ਰਹੇ ਹੋ। ਮੈਂ ਅਫੈਕਟਡ ਕਹਿ ਰਿਹਾ, ਬਿਲਕੁਲ ਬਿਲਕੁਲ, ਕਿਉਂਕਿ ਮੈਡੀਕਲ ਟਰਮ ਦੇ ਵਿੱਚ ਅਸੀਂ ਉਹਨੂੰ ਨਸ਼ੇੜੀ ਨਹੀਂ ਕਹਿ ਰਹੇ, ਮੈਂ ਬਿਲਕੁਲ ਬਿਮਾਰ ਕਹਿ ਰਹੇ ਹਾਂ। ਮੈਂ ਕਹਿ ਰਿਹਾ ਕਿ ਉਹ ਪਰਸਨ ਨਸ਼ੇ ਕਰਕੇ ਆਪਣੀ ਨਿਜਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਸੇ ਸਿਚੁਏਸ਼ਨ ਵਿੱਚੋਂ। ਕਈ ਦਫਾ ਉਹ ਨਿਜਾਤ ਨਹੀਂ ਕਰਦੇ, ਕਈ ਦਫਾ ਉਹ ਜਿਹਨੂੰ ਆਪਾਂ ਕਹਿੰਦੇ ਹਾਈ ਹੋ ਰਹੇ ਹੁੰਦੇ, ਉਹ ਕਰ ਰਹੇ ਆ। ਠੀਕ ਹੈ, ਇੱਕ ਹੋਰ ਬਿਮਾਰੀ ਛੇੜ ਰਹੇ ਆ ਉਹ। ਪਰ ਐਟ ਦੀ ਐਂਡ ਆਫ ਦਾ ਡੇ, ਦਵਿੰਦਰ, ਤੁਹਾਨੂੰ ਪਤਾ ਹੈ ਕਿ 2-3 ਦਫਾ ਹਾਈ ਹੁੰਦੇ ਆ। ਠੀਕ ਹੈ, ਹੌਲੀ ਹੌਲੀ ਮਹੀਨਾ 2 ਮਹੀਨੇ ਤੋਂ ਬਾਅਦ ਹਾਈ ਹੁੰਦੇ ਆ। ਉਸ ਤੋਂ ਬਾਅਦ ਜੋ ਡਰੱਗਸ ਨਹੀਂ ਲੈਂਦੇ ਤਾਂ ਉਹਨਾਂ ਨੂੰ ਕੁਛ ਨਾ ਕੁਛ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ, ਜਿਹਨੂੰ ਅਸੀਂ ਵਿਡਰਾਵਲ ਕਹਿੰਦੇ ਆ। ਠੀਕ ਹੈ, ਇਹ ਆਪਣਾ ਇੱਕ ਸੈਪਰੇਟ ਟੌਪਿਕ ਆਪਾਂ ਗੱਲ ਕਰ ਸਕਦੇ ਹਾਂ। ਲੇਕਿਨ ਉਹ ਹੋਪਲੈਸਨੈਸ ਉਸ ਸਿਚੁਏਸ਼ਨ ਦੇ ਵਿੱਚ ਹੋ ਜਾਂਦੀ ਆ, ਉਹਦੇ ਵਿੱਚੋਂ ਵੀ ਆਪਾਂ ਇਸ ਚੀਜ਼ ਨੂੰ ਜੇ ਆਪਾਂ ਐਕਸੈਪਟ ਕਰੀਏ ਨਾ ਕਿ ਇੱਕ ਪ੍ਰੋਬਲਮ ਹੈ, ਬਜਾਏ ਕਿ ਆਪਾਂ ਆਪਣਾ ਗੁੱਸਾ ਉਸ ਪਰਸਨ ਤੇ ਕੱਢੀਏ, ਕਿਉਂਕਿ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ, ਸੋਲੂਸ਼ਨ ਵੱਲ ਲੈ ਕੇ ਚੱਲੀਏ, ਸੋਲੂਸ਼ਨ ਵੱਲ ਦੇਖੀਏ, ਬਜਾਏ ਕਿ ਆਪਾਂ ਆਪਦੀ ਰਿਐਕਸ਼ਨ ਦੇ। ਓਕੇ, ਸੋਲੂਸ਼ਨ ਦੀ ਗੱਲ ਅਸੀਂ ਕਰਨੀ ਹੈ। ਇੱਕ ਬ੍ਰੇਕ ਦੇ ਲਈ ਰੁਕਣ ਦਾ ਵਕਤ ਹੈ। ਬ੍ਰੇਕ ਤੋਂ ਬਾਅਦ ਆ ਕੇ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦਿਮਾਗੀ ਸਿਹਤ ਜਾਂ ਦਿਮਾਗੀ ਸਿਹਤ ਦੇ ਜਿਹੜੇ ਵਰਸਟ ਕੇਸ ਸਿਨਾਰੀਓ ਹੈ, ਉਹਨਾਂ ਦਾ ਹੱਲ, ਸੋਲੂਸ਼ਨ, ਟ੍ਰੀਟਮੈਂਟ ਘਰਾਂ ਚੋਂ ਜਾਂ ਡਾਕਟਰਾਂ ਦੇ ਜ਼ਰੀਏ ਕਿੱਦਾਂ ਸੰਭਵ ਹੈ। ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫਿਰ ਜਾਰੀ ਹੈ। ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਮੈਂਟਲ ਹੈਲਥ ਸਿਚੁਏਸ਼ਨਸ ਕਿੱਦਾਂ ਬਿਲਡ ਹੁੰਦੀਆਂ ਨੇ, ਜਿਹੜੀਆਂ ਸੁਇਸਾਈਡ ਤੱਕ ਜਾ ਸਕਦੀਆਂ ਨੇ ਜਾਂ ਬਹੁਤ ਜ਼ਿਆਦਾ ਸਿਰ ਦੇ ਡਿਪਰੈਸ਼ਨ ਤੱਕ ਘੱਟੋ ਘੱਟ ਜਾਂਦੀਆਂ ਨੇ। ਉਹਦੇ ਸੋਲਿਊਸ਼ਨਸ ਦੀ ਹੁਣ ਅਸੀਂ ਗੱਲ ਕਰਨੀ ਹੈ। ਡਾਕਟਰ ਸਾਹਿਬ, ਟ੍ਰੀਟਮੈਂਟ ਕਿੱਦਾਂ ਸੰਭਵ ਹੈ, ਇਹਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਮੈਡੀਕੇਸ਼ਨ ਵੀ ਕਰਦੇ ਹੋ। ਪਰ ਇੱਕ ਗੱਲ ਮੇਰੀ ਇਨਫੋਰਮੇਸ਼ਨ ਦੇ ਵਿੱਚ ਕਈ ਥਾਵਾਂ ਤੋਂ ਆਉਂਦੀ ਰਹੀ ਹੈ ਕਿ ਕਿਆ ਕੁਝ ਦਵਾਈਆਂ ਵੀ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਸਾਈਡ ਇਫੈਕਟ ਦੇ ਵਿੱਚ ਬੰਦਾ ਡਿਪਰੈਸ਼ਨ 'ਚ ਜਾ ਸਕਦਾ ਜਾਂ ਪਰੇਸ਼ਾਨ ਹੋ ਸਕਦਾ ਹੈ, ਤੇ ਜੇ ਹੁੰਦੀਆਂ ਨੇ ਤਾਂ ਕੀ ਉਹਦੇ ਬਾਰੇ ਇਨਫੋਰਮੇਸ਼ਨ ਲੈਣਾ ਪੇਸ਼ੈਂਟ ਦੀ ਆਪਣੀ ਜ਼ਿੰਮੇਵਾਰੀ ਵੀ ਹੈ? ਐਕਚੁਅਲੀ ਯੂ ਆਰ ਰਾਈਟ ਦਵਿੰਦਰ, ਇਹ ਹੈ। ਕਾਫੀ ਮੈਡੀਸਿਨਸ ਹੈ ਜਿਨ੍ਹਾਂ ਦੇ ਸਾਈਡ ਇਫੈਕਟ ਹੈ ਮੂਡ ਚੇਂਜਸ। ਠੀਕ ਹੈ, ਔਰ ਮੂਡ ਚੇਂਜਸ ਦਾ ਮਤਲਬ ਕੀ ਹੈ? ਮੂਡ ਚੇਂਜਸ ਬੜਾ ਗੋਲਮੋਲ ਜਿਹੀ ਗੱਲ ਹੈ ਕਿ ਮੂਡ ਚੇਂਜਸ ਹੋ ਸਕਦੇ ਆ। ਕਈ ਦਫਾ ਸਪੈਸੀਫਿਕਲੀ ਕਲੀਅਰ ਕੱਟ ਲਿਖਿਆ ਹੁੰਦਾ ਡਿਪਰੈਸ਼ਨ, ਸੁਇਸਾਈਡੈਲਿਟੀ ਸਾਈਡ ਇਫੈਕਟ। ਕਈ ਦਫਾ ਮੂਡ ਚੇਂਜਸ ਐਜ਼ ਅ ਸਾਈਡ ਇਫੈਕਟ। ਹੁਣ ਮੂਡ ਚੇਂਜਸ ਦੇ ਵਿੱਚ ਵੀ ਸੁਇਸਾਈਡੈਲਿਟੀ ਬਣ ਸਕਦੀ ਹੈ ਐਕਸਟ੍ਰੀਮ ਸਿਚੁਏਸ਼ਨ। ਇਹਦਾ ਜ਼ਿੰਮੇਵਾਰੀ ਕਿਸ ਚੀਜ਼ ਦੀ ਹੈ, ਕਿਸ ਪਰਸਨ ਦੀ ਹੈ? ਜੋ ਵੀ ਡਾਕਟਰ ਹੈ, ਦੇ ਰਿਹਾ ਕੋਈ ਮੈਡੀਸਿਨ ਲੈ ਰਿਹਾ, ਤਾਂ ਇਹ 2 ਕਿਸਮ ਦੇ ਸਾਈਡ ਇਫੈਕਟ ਅਸੀਂ ਆਮ ਤੌਰ ਤੇ ਪੇਸ਼ੈਂਟ ਨਾਲ ਡਿਸਕਸ ਕਰਦੇ ਹਾਂ। ਪਹਿਲਾ ਸਾਈਡ ਇਫੈਕਟ ਹੁੰਦਾ ਕਿ ਕਾਮਨ। ਠੀਕ ਹੈ, ਹੁਣ ਦੇਖੋ ਕਾਮਨ ਸਾਈਡ ਇਫੈਕਟ ਹੈ ਤੁਹਾਡਾ ਹੈਡੇਕ ਹੋਊਗਾ। ਠੀਕ ਹੈ, ਇਹ ਕਾਮਨ ਹੈ, ਪਰ ਇਹ ਹੈਡੇਕ ਵਾਸਤੇ ਤੁਸੀਂ ਮੋਟਰਿਨ ਖਾ ਸਕਦੇ, ਆਈਬੂਪ੍ਰੋਫਨ ਖਾ ਸਕਦੇ, ਕੋਈ ਇਹ ਸੀਰੀਅਸ ਸਾਈਡ ਇਫੈਕਟ ਨਹੀਂ ਹੈਗਾ। ਠੀਕ ਹੈ, ਸੋ ਬਸ ਦੱਸਣਾ ਬਣਦਾ। ਲੇਕਿਨ ਜੇ ਤੁਹਾਨੂੰ ਨਾ ਦੱਸਿਆ ਤਾਂ ਤੁਹਾਨੂੰ ਹੈਡੇਕ ਹੋ ਜਾਣਾ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਹੈਡੇਕ ਮੈਨੂੰ ਹੋ ਕਿਉਂ ਰਿਹਾ ਹੈ ਨਾ। ਅੱਛਾ, ਸੋ ਕਾਮਨ ਸਾਈਡ ਇਫੈਕਟ। ਦੂਸਰੇ ਸਾਈਡ ਇਫੈਕਟ ਹੈਗੇ ਸੀਰੀਅਸ ਸਾਈਡ ਇਫੈਕਟ। ਸੀਰੀਅਸ ਸਾਈਡ ਇਫੈਕਟ ਚਾਹੇ ਲੱਖਾਂ ਦੇ ਵਿੱਚ 1% ਨੂੰ ਹੋਵੇ, ਲੇਕਿਨ ਸਾਡਾ ਦੱਸਣਾ ਫਰਜ਼ ਬਣਦਾ। ਜਿੱਦਾਂ ਸਪੋਜ਼ ਕਰ ਲਓ ਡਿਪਰੈਸ਼ਨ ਐਂਡ ਸੁਇਸਾਈਡੈਲਿਟੀ, ਸਪੋਜ਼ ਕਰ ਲਓ 10,000 ਲੋਕਾਂ ਨੇ ਦਵਾਈ ਖਾਧੀ, ਉਹਨਾਂ ਚੋਂ 1% ਨੂੰ ਸੁਇਸਾਈਡਲ ਹੋ ਗਿਆ, ਲੇਕਿਨ ਹੈ ਤਾਂ ਸੀਰੀਅਸ। ਠੀਕ ਹੈ ਨਾ, ਜੇ ਤੁਹਾਨੂੰ ਦੱਸ ਰਹੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਧਿਆਨ ਦਿਓ, ਉਹਦੇ ਤੇ ਧਿਆਨ 'ਚ ਰੱਖਣਾ ਵੀ ਮੈਡੀਕੇਸ਼ਨ ਕਰਕੇ ਵੀ ਹੋ ਸਕਦਾ। ਲੇਕਿਨ ਅਕਸਰ ਕੀ ਹੁੰਦਾ ਕਿ ਵੀ ਨਾ ਡਾਕਟਰਾਂ ਕੋਲ ਟਾਈਮ ਤੇ ਨਾ ਪੇਸ਼ੈਂਟਸ ਕੋਲ ਟਾਈਮ, ਕਿਉਂਕਿ ਆਪਣੀ ਸੋਸਾਇਟੀ ਵਿੱਚ ਆਪਾਂ ਫਾਸਟ ਪੇਸ ਹੈ, ਆਪਾਂ ਨੂੰ ਹਰ ਇੱਕ ਜਲਦੀ ਚਾਹੀਦੀ। ਕਈ ਦਫਾ ਇਹ ਚੀਜ਼ਾਂ ਮਿਸ ਹੋ ਜਾਂਦੀਆਂ, ਸਕਿਪ ਕਰਦੇ ਕਈ ਲੋਕ। ਸੋ ਉਸ ਵਕਤ ਇਹ ਜ਼ਿੰਮੇਵਾਰੀ ਪੇਸ਼ੈਂਟਸ ਦੀ ਆਪਣੀ ਵੀ ਹੈ ਔਰ ਫਾਰਮਾਸਿਸਟ ਦੀ ਵੀ ਹੈ, ਕਿਉਂਕਿ ਜੇ ਤੁਸੀਂ ਦਵਾਈ ਲੈਂਦੇ ਆ ਤੇ ਫਾਰਮਾਸਿਸਟ ਤੁਹਾਨੂੰ ਪ੍ਰਿੰਟ ਕਰਕੇ ਦਿੰਦਾ ਕਿ ਪੋਸੀਬਲ ਸਾਈਡ ਇਫੈਕਟ ਆ ਨੇ। ਸੋ ਡਾਕਟਰ, ਫਾਰਮਾਸਿਸਟ ਔਰ ਪੇਸ਼ੈਂਟ ਯੋਰਸੈਲਫ,
ਇਹ ਤਿੰਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਚੀਜ਼ਾਂ ਨੂੰ ਪੜ੍ਹਨਾ, ਸਾਈਡ ਇਫੈਕਟ ਪੜ੍ਹਨਾ, ਔਰ ਜੇ ਸੁਸਾਈਡ ਵਾਲਾ ਮੇਰਾ ਡਾਕਟਰ ਸਾਹਿਬ ਕੋਲੇ ਸਵਾਲ ਲੈ ਕੇ ਆਉਣ ਦਾ ਕਾਰਨ ਇਹ ਸੀ ਕਿ ਐਜ਼ ਅ ਸੋਸਾਇਟੀ, ਕੱਲੇ ਪੰਜਾਬੀ ਨਹੀਂ, ਅਸੀਂ ਇੰਡੀਅਨ, ਸਾਡੇ ਕੋਲ ਡਾਕਟਰ ਰੱਬ ਦਾ ਰੂਪ ਹੈਗਾ, ਗ੍ਰੇਟ, ਉਹ ਗੱਲ ਬਹੁਤ ਸਹੀ ਹੈ ਕਿਉਂਕਿ ਡਾਕਟਰ ਮੇਰੇ ਕੋਲ ਬੈਠੇ ਨੇ, ਮੈਂ ਉਹਨੂੰ ਗਲਤ ਨਹੀਂ ਕਹੂੰਗਾ ਕਿਉਂਕਿ ਜ਼ਿੰਦਗੀਆਂ ਬਚਾਉਂਦੇ ਨੇ, ਪਰ ਅਸੀਂ ਡਾਕਟਰ ਨੂੰ ਸਵਾਲ ਨਹੀਂ ਕਰਦੇ ਕਿ ਜੋ ਦੇ ਰਹੇ ਹੋ ਉਹ ਕੀ ਆ, ਜਿਹੜਾ ਕਿ ਵੈਸਟਰਨ ਸੋਸਾਇਟੀ ਦੇ ਵਿੱਚ ਪ੍ਰੈਵਲੈਂਟ ਹੈ, ਲੋਕ ਪੁੱਛਦੇ ਆ, ਉਦੋਂ ਡਾਕਟਰ ਤੁਹਾਨੂੰ ਦੱਸਦਾ ਵੀ ਹੈ। ਦੂਸਰੀ ਚੀਜ਼, ਜਿਹੜੀ ਦਵਾਈ ਤੁਹਾਨੂੰ ਲੱਗੀ ਆ, ਡਜ਼ਨਟ ਮੈਟਰ ਤੁਸੀਂ ਅੰਗਰੇਜ਼ੀ ਜਾਣਦੇ ਹੋ ਨਹੀਂ ਜਾਣਦੇ, ਪੜ੍ਹੇ ਲਿਖੇ ਹੋ ਨਹੀਂ ਪੜ੍ਹੇ ਲਿਖੇ, ਜੇ ਤੁਸੀਂ ਕਿਸੇ ਸੀਰੀਅਸ ਬਿਮਾਰੀ ਦੀ ਇਲਾਜ ਲਈ ਦਵਾਈ ਲਗਾਤਾਰ ਲੈ ਰਹੇ ਹੋ ਤਾਂ ਉਹਨੂੰ ਜਾਣਨਾ ਜ਼ਰੂਰੀ ਹੈ, ਚਾਹੇ ਆਪਣੇ ਘਰ ਦੇ ਜਾਂ ਆਪਣੇ ਦੋਸਤ ਨੂੰ ਕਿਸੇ ਨੂੰ ਉਹਦੇ ਬਾਰੇ ਪੜ੍ਹ ਕੇ ਦੱਸੇ। ਸੋ ਦੈਟਸ ਇੰਪੋਰਟੈਂਟ। ਐਜੂਕੇਟ, ਸੈਲਫ ਐਜੂਕੇਟ ਹੋਣਾ ਵੀ ਜ਼ਰੂਰੀ ਹੈ। ਓਕੇ, ਸੋ ਹੁਣ ਆਪਾਂ ਚੱਲੀਏ ਮੈਂਟਲ ਹੈਲਥ ਦੇ ਟ੍ਰੀਟਮੈਂਟਸ ਦੇ ਵੱਲ। ਹਾਂਜੀ, ਅੱਛਾ, ਸੋ ਜਿਸ ਤਰ੍ਹਾਂ ਦੇ ਵੀ ਡਿਸਆਰਡਰਸ ਨੇ ਉਸੇ ਤਰ੍ਹਾਂ ਦੀਆਂ ਟ੍ਰੀਟਮੈਂਟਸ ਹੈਗੀਆਂ। ਓਵਰਆਲ 2 ਕਿਸਮ ਦੀਆਂ ਟ੍ਰੀਟਮੈਂਟਸ ਮੇਨ ਹੈ, ਕੁਝ ਹੋਰ ਵੀ ਹੈਗੀਆਂ, ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਪਰ ਮੇਨ 2 ਕਿਸਮ ਦੀਆਂ ਟ੍ਰੀਟਮੈਂਟਸ ਹੈ ਸਾਈਕੈਟਰੀ ਦੇ ਵਿੱਚ ਅੱਜ ਕੱਲ੍ਹ। ਪਹਿਲੇ ਨੰਬਰ ਦੇ ਉੱਤੇ ਹੈ ਜਿਹਨੂੰ ਆਪਾਂ ਕਹਿੰਦੇ ਆ ਥੈਰੇਪੀ। ਥੈਰੇਪੀ ਦਾ ਮਤਲਬ ਟਾਕ ਥੈਰੇਪੀ, ਜਿਸ ਤਰ੍ਹਾਂ ਬੋਲ ਕੇ ਦਿਲ ਹਲਕਾ ਕਰ ਲਿਆ, ਇੱਕ ਸਿੰਪਲ ਵਰਜਨ ਹੈ। ਥੈਰੇਪੀ ਕਾਫੀ ਟੈਕਨੀਕਲ ਹੁੰਦੀ ਹੈ, ਅਲੱਗ-ਅਲੱਗ ਕਿਸਮ ਦੀ, ਪਰ ਮੇਨ ਮਤਲਬ ਕੀ ਹੈ ਕਿ ਤੁਸੀਂ ਗੱਲ ਬੋਲ ਕੇ ਕਹਿਣੀ ਆ, ਜਿਹਦੇ ਡਾਕਟਰ ਤੁਹਾਡੇ ਦਿਮਾਗ ਦੀਆਂ ਤਹਾਂ ਫੋੜਦੇ ਆ। ਬਿਲਕੁਲ ਬਿਲਕੁਲ। ਇਹ ਜਿਸ ਤਰ੍ਹਾਂ ਇੱਕ ਗੰਢਾ ਆਪਾਂ ਛਿਲਦੇ ਆ ਨਾ, ਉਹਦੀ ਲੇਅਰ ਇੱਕ ਨਿਕਲਦੀ, ਨੀਚੋਂ ਹੋਰ ਨਿਕਲਦੀ ਹੈ, ਇਸੇ ਤਰ੍ਹਾਂ ਉਹਨੂੰ ਛਿਲਦਿਆਂ ਸਾਈਕੋਲੋਜੀਕਲ ਉਸ ਗੰਢੇ ਨੂੰ, ਸੋ ਨਾਨ ਇਨਵੇਸਿਵ ਹੈ ਉਹ। ਹਾਂ ਬਿਲਕੁਲ। ਲੇਕਿਨ ਆਪਾਂ ਗੱਲਾਂ ਕਰਨੀਆਂ, ਤੁਸੀਂ ਗੱਲਾਂ ਦੱਸਣੀਆਂ, ਸੁਣਨੀਆਂ, ਸੁਣਦਿਆਂ ਬਾਅਦ ਵਿੱਚ ਤੁਹਾਨੂੰ ਦੱਸਣਾ ਕਿ ਦਵਿੰਦਰ ਤੁਸੀਂ ਗੱਲ ਮੈਨੂੰ ਇਸ ਤਰ੍ਹਾਂ ਕਹਿ ਰਹੇ ਆ, ਇਹ ਮੈਨੂੰ ਇਸ ਤਰ੍ਹਾਂ ਸੁਣ ਰਹੀ ਹੈ, ਕਿ ਇਹ ਗੱਲ ਤੁਸੀਂ ਇਸ ਤਰ੍ਹਾਂ ਕਹਿਣੀ ਚਾਹੁੰਦੇ ਆ। ਦੇਖਿਆ ਹੁਣ ਇਹ ਜੋ ਪ੍ਰੋਸੈਸ ਹੋਇਆ, ਦੈਟ ਇਜ਼ ਕਾਲਡ ਥੈਰੇਪੀ। ਸੋ ਇੰਟਰਪ੍ਰੀਟੇਸ਼ਨ ਪੇਸ਼ੈਂਟ ਦੀ ਕੀ ਹੈ ਤੇ ਡਾਕਟਰ ਦੀ ਕੀ ਹੈ, ਕਿਉਂਕਿ ਤੁਹਾਨੂੰ ਲੱਗੂ ਯਾਰ ਇਹ ਤਾਂ ਮੈਂ ਕਹਿਣਾ ਹੀ ਨਹੀਂ ਸੀਗਾ, ਮੈਂ ਤਾਂ ਕੁਝ ਇਦਾਂ ਕਹਿਣਾ ਚਾਹੁੰਦਾ, ਲੇਕਿਨ ਸੁਣਿਆ ਅਗਲੇ ਨੂੰ ਇਦਾਂ, ਤਾਂ ਦੈਟ ਮੀਨਸ ਜੋ ਮੈਂ ਕਿਹਾ ਤੇ ਸੁਣਿਆ ਇਹਦੇ, ਸੋ ਦੈਟ ਇਜ਼ ਕਾਈਂਡ ਆਫ ਦਾ ਥੈਰੇਪੀ। ਸੋ ਉਹਦੇ ਚ ਹੋ ਸਕਦਾ ਵੀ ਐਜ਼ ਅ ਥੈਰੇਪਿਸਟ ਤੁਸੀਂ ਹੁਣ ਦੇ ਤਾਜ਼ਾ ਹਾਲਾਤ ਨਹੀਂ, 4 ਸਾਲ ਪੁਰਾਣੇ, 10 ਸਾਲ ਪੁਰਾਣੇ, 20 ਸਾਲ ਪੁਰਾਣੇ ਪੁੱਛ ਰਹੇ ਹੋ, ਕਿਉਂਕਿ ਸਪੋਜ਼ ਕਰ ਲਓ ਕਿਸੇ ਦਾ ਕੋਈ ਨੁਕਸਾਨ ਹੋਇਆ ਬਿਜ਼ਨਸ ਵਿੱਚ, ਕੋਈ ਡੀਲ ਨਹੀਂ ਬਣੀ ਤੇ ਉਹਦੇ ਕਰਕੇ ਉਹਦੀ ਕੰਪਨੀ ਬੈਂਕਰਪਟ ਹੋ ਗਈ, ਠੀਕ ਹੈ, ਤੇ ਉਹਨੂੰ ਲੱਗੂ ਕਿ ਮੈਂ ਕੰਪਨੀ ਬੈਂਕਰਪਟ ਹੋ ਗਈ, ਮੈਨੂੰ ਸਾਰਾ ਕੁਝ ਵੇਚਣਾ ਪਿਆ, ਮੈਂ ਤਾਂ ਤਬਾਹ ਹੋ ਗਿਆ, ਉਹ ਬੰਦੇ ਨੂੰ ਡਿਪਰੈਸ਼ਨ ਹੋ ਗਈ। ਲੇਕਿਨ ਡਿਪਰੈਸ਼ਨ ਚਾਹੇ 20 ਸਾਲ ਪਹਿਲਾਂ ਸ਼ੁਰੂ ਹੋਈ, ਲੇਕਿਨ ਅੰਡਰਸਟੈਂਡ ਤਾਂ ਅੱਜ ਵੀ ਕਰ ਸਕਦਾ। ਸੋ ਕਹਿਣ ਦਾ ਮਤਲਬ ਇਟ ਇਜ਼ ਵਨ ਆਫ ਦਾ ਵੇ। ਹੋਰ ਵੀ ਵੇਜ਼ ਹੈਗੇ, ਤਸੱਲੀ ਨਾਲ ਗੱਲਬਾਤ ਕਰਕੇ ਸਮਝਣਾ। ਬਿਲਕੁਲ। ਔਰ ਕਈ ਦਫਾ ਕਈ ਹੁੰਦਾ ਹੈ ਕਿ ਕੋਈ ਲੋਕਾਂ ਨੂੰ ਸਿਰਫ ਨਾ ਦਿਲ ਹਲਕਾ ਕਰਨਾ ਚਾਹੀਦਾ। ਠੀਕ ਹੈ ਨਾ, ਦਿਲ ਹਲਕੇ ਦਾ ਮਤਲਬ ਕੀ ਹੈ ਵੀ ਮੇਰੇ ਨਾ ਦਿਮਾਗ ਤੇ ਲੋਡ ਹੈ ਇਸ ਚੀਜ਼ ਦਾ, ਔਰ ਮੈਂ ਚਾਹੁੰਦਾ ਹੈ ਕਿ ਕੋਈ ਮੇਰੀ ਗੱਲ ਸੁਣ ਲਵੇ। ਓਕੇ, ਇੱਕ ਐਗਜ਼ਾਮਪਲ ਅਸੀਂ ਅਖਬਾਰਾਂ 'ਚ ਆਮ ਪੜ੍ਹਦੇ ਹਾਂ ਕਿ ਖਾਸ ਤੌਰ ਤੇ ਪੰਜਾਬ 'ਚ, ਪਿੰਡਾਂ ਦੇ ਵਿੱਚ, ਇੱਥੇ ਵੀ ਕਈ ਵਾਰ ਹੁੰਦਾ, ਘਰਾਂ 'ਚ ਕੈਂਚੀ ਨਾਲ ਚੀਜ਼ਾਂ ਕੱਟਣੀਆਂ ਸ਼ੁਰੂ ਹੋ ਗਈਆਂ, ਕੋਈ ਪੁੱਠੀਆਂ ਸਿੱਧੀਆਂ ਚੀਜ਼ਾਂ ਘਰਾਂ 'ਚ ਡਿੱਗਣੀਆਂ ਸ਼ੁਰੂ ਹੋ ਗਈਆਂ, ਐਂਡ ਦੈਨ ਉੱਥੇ ਤਰਕਸ਼ੀਲ ਸੁਸਾਇਟੀ ਦੇ ਲੋਕ ਜਾਂਦੇ ਨੇ, ਘਰ ਦੇ ਮੈਂਬਰਾਂ ਨਾਲ ਹੀ ਗੱਲ ਕਰਦੇ ਨੇ ਤੇ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਨੇ। ਹਾਂਜੀ, ਸੋ ਉਹ ਵੀ ਥੈਰੇਪੀ ਦਾ ਇੱਕ ਹਿੱਸਾ ਹੈ, ਉਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਰੂਟ ਕਾਜ਼ਸ ਕੀ ਹੈ। ਤਰਕਸ਼ੀਲ ਸੁਸਾਇਟੀ ਕਾਫੀ ਵੈਲਿਊਏਬਲ ਹੈ ਆਪਣੇ ਲੋਕਾਂ ਵਾਸਤੇ, ਕਿਉਂਕਿ ਉਹਨਾਂ ਕੋਲ ਕਈ ਸੋਲੂਸ਼ਨਸ, ਕਈ ਆਨਸਰਸ ਹੈ, ਕੁਝ ਚੀਜ਼ਾਂ ਦੇ ਆਨਸਰਸ ਉਹਨਾਂ ਕੋਲ ਨਹੀਂ ਹੈ। ਦੈਟਸ ਓਕੇ। ਜਿਹੜਾ ਮੈਡੀਸਿਨਲ ਪੁਆਇੰਟ ਆਫ ਵਿਊ ਉਧਰ ਨਹੀਂ ਜਾ ਸਕਦੇ, ਪਰ ਉਹ ਸਾਈਕੋਲੋਜਿਸਟ ਦੇ ਕੰਮ ਦੇ, ਸਾਈਕੋਲੋਜੀਕਲ ਤੌਰ ਦੇ ਉੱਤੇ ਉਹ ਆਪਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਵੀ ਕਿਹੜੀ ਚੀਜ਼ ਲੌਜਿਕ ਦੇ ਨਾਲ ਐਕਸਪਲੇਨ ਹੁੰਦੀ ਆ। ਤਰਕ ਦਾ ਮਤਲਬ ਲੌਜਿਕ ਇਹ ਹੈ ਕਿ, ਔਰ ਕਿਹੜੀ ਚੀਜ਼ ਲੌਜਿਕ ਦੇ ਨਾਲ ਐਕਸਪਲੇਨ ਨਹੀਂ ਹੁੰਦੀ, ਪਰ ਲੌਜਿਕ ਦੀ ਐਕਸਪਲੇਨੇਸ਼ਨ ਤੋਂ ਬਾਅਦ ਉਸ ਚੀਜ਼ ਦੀ ਟ੍ਰੀਟਮੈਂਟ ਕੀ ਹੈ ਉੱਥੇ ਹੋਣਾ ਹੀ ਹੈ। ਉਹ ਦੈਟ ਇਜ਼ ਅ ਲਿਟਲ ਬਿਟ ਡਿਫਰੈਂਟ। ਉਹ ਐਕਸਪਰਟ ਓਪੀਨੀਅਨ ਤੇ ਐਕਸਪਰਟ ਪ੍ਰੈਕਟਿਸ ਦੀ ਗੱਲ ਹੈ। ਬਿਲਕੁਲ ਬਿਲਕੁਲ। ਹੁਣ ਉਹਦੇ ਵਿੱਚ ਜਦੋਂ ਆਪਾਂ ਕਹਿੰਦੇ ਆ ਇਹ ਥੈਰੇਪੀ ਦੀ ਗੱਲ ਆ, ਤਾਂ ਥੈਰੇਪੀ ਦੇ ਵਿੱਚ ਕਈ ਦਫਾ ਅਸੀਂ ਤਰਕ ਨੂੰ ਇੰਨਾ ਜ਼ਿਆਦਾ ਜ਼ੋਰ ਦੇ ਕੇ ਨਹੀਂ ਪਕੜਦੇ, ਕਿਉਂਕਿ ਜਿਹੜੀ ਚੀਜ਼ ਪਕੜਨ ਵਾਲੀ ਹੈ ਨਾ ਥੈਰੇਪੀ ਦੇ ਵਿੱਚ, ਉਹ ਹੈ ਕਿ ਫੀਲਿੰਗਸ ਕੀ ਆ। ਠੀਕ ਹੈ ਨਾ। ਹੁਣ ਤੁਸੀਂ ਦੱਸੋ ਵੀ ਇੱਕ ਪਰਸਨ ਹੈ, ਉਹ ਕੁਝ ਗਲਤ ਕੰਮ ਕਰ ਰਿਹਾ, ਠੀਕ ਹੈ, ਹੁਣ ਦੇਖਣ ਵਾਲੀ ਸੁਸਾਇਟੀ ਉਹਨੂੰ ਇਹ ਕਹੂਗੀ ਕਿ ਦੇਖੋ ਬਈ ਇਹ ਗਲਤ ਕੰਮ ਹੈ, ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਆ, ਜੇ ਤੁਸੀਂ ਨਹੀਂ ਹਟੋਗੇ ਤੁਹਾਨੂੰ ਅਸੀਂ ਪਨਿਸ਼ ਕਰਾਂਗੇ, ਤੁਹਾਨੂੰ ਟਿਕਟ ਦੇਾਂਗੇ, ਤੁਹਾਨੂੰ ਫਾਈਨ ਕਰਾਂਗੇ, ਤੁਹਾਨੂੰ ਜੇਲ੍ਹ ਕਰਾਂਗੇ। ਠੀਕ ਹੈ ਨਾ, ਆਪਣੀ ਸੁਸਾਇਟੀ ਕੋਲ ਚੈੱਕ ਐਂਡ ਮੈਜਰਸ ਹੈਗੇ ਨੇ, ਪਰ ਉਹ ਪਰਸਨ ਜੇ ਕੁਝ ਕਰ ਰਿਹਾ ਗਲਤ, ਤਾਂ ਉਹ ਪਰਸਨ ਦੀ ਫੀਲਿੰਗਸ ਕੀ ਹੈ। ਠੀਕ ਹੈ, ਹੁਣ ਉਹਨੂੰ ਆਪਾਂ ਰੋਕਣਾ ਕਿੱਦਾਂ, ਕਿਹਨਾਂ ਕਾਰਨਾਂ ਕਰਕੇ ਉਹ ਸ਼ੁਰੂ ਹੋਇਆ। ਠੀਕ ਹੈ ਨਾ। ਹੁਣ ਜੇ ਇਸ ਤਰ੍ਹਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣਾ ਨੁਕਸਾਨ ਨਹੀਂ ਹੋਊਗਾ ਐਜ਼ ਅ ਸੁਸਾਇਟੀ ਓਵਰਆਲ ਦੇਖਿਆ ਜਾਏ। ਠੀਕ ਹੈ ਨਾ, ਤਾਂ ਉਹਨੂੰ ਸਮਝਣਾ ਕਿੱਦਾਂ। ਠੀਕ ਹੈ, ਜੇ ਇੱਕ ਬੰਦਾ ਬੈਂਕ ਲੁੱਟਣ ਜਾ ਰਿਹਾ, ਉਹਦਾ ਕੀ ਤਰਕ ਹੈ ਬੈਂਕ ਲੁੱਟਣ ਦਾ, ਕਿਉਂ ਉਹਦੀਆਂ ਫੀਲਿੰਗਸ ਹੈ,
ਕੀ ਉਹਦੀ ਡੈਸਪਰੇਸ਼ਨ ਹੈ ਜਾਂ ਕੀ ਉਹਦਾ ਮਤਲਬ ਉਹ ਕੁਝ ਕਰਨਾ ਚਾਹ ਰਿਹਾ ਹੈ, ਠੀਕ ਹੈ। ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਥੈਰੇਪੀ ਉੱਥੇ ਵੀ ਜ਼ਰੂਰਤ ਹੈ, ਤਾਂ ਕਿ ਜੇ ਇੱਕ ਹੀ ਲੁੱਟਿਆ ਤੇ ਇੱਕ ਹੀ ਲੁੱਟਿਆ ਉੱਥੇ ਕੰਮ ਖੜ ਜਾਵੇ। ਕ੍ਰਿਮੀਨਲ ਸਾਈਕੋਲੋਜੀ ਦੀ ਗੱਲ ਹੋ ਰਹੀ ਹੈ। ਹਾਂ ਬਿਲਕੁਲ, ਇਹ ਬਹੁਤ ਕੰਪਲਿਕੇਟਡ ਔਰ ਬਹੁਤ ਐਕਸਟੈਂਸਿਵ ਇਹ ਚੀਜ਼ਾਂ ਹੈਗੀਆਂ ਨੇ। ਸੋ ਥੈਰੇਪੀ ਦਾ ਮਤਲਬ ਸਿਰਫ ਇਹੀ ਨਹੀਂਗਾ ਕਿ ਦਿਲ ਹਲਕਾ ਕਰਨਾ। ਥੈਰੇਪੀ ਦਾ ਮਤਲਬ ਬਹੁਤ ਮੀਨਸ ਡੈਮੇਜ ਕੰਟਰੋਲ ਵੀ ਥੈਰੇਪੀ ਦਾ ਪਾਰਟ ਹੈ। ਹੁਣ ਤੇ ਇਹ ਥੈਰੇਪੀ ਜਿਹੜੀ ਹੈ ਘਰਾਂ ਤੋਂ ਵੀ ਸ਼ੁਰੂ ਹੋ ਸਕਦੀ ਹੈ, ਸੋਸ਼ਲ ਥੈਰੇਪੀ ਜਾਂ ਫੈਮਿਲੀ ਥੈਰੇਪੀ ਦੇ ਤੌਰ ਤੇ। ਬਿਲਕੁਲ, ਜਿਹੜੀ ਥੈਰੇਪੀ ਕਈ ਕਿਸਮ ਦੀਆਂ ਨੇ। ਆਪਾਂ ਆਮ ਤੌਰ ਤੇ 1-on-1 ਕਹਿੰਦੇ ਆ। 1-on-1 ਦਾ ਮਤਲਬ ਕੀ ਆ? ਤੁਸੀਂ ਬੈਠੇ ਆ, ਤੁਹਾਡਾ ਥੈਰੇਪਿਸਟ ਬੈਠਾ ਹੈ, ਤੁਸੀਂ ਗੱਲਾਂ ਬਾਤਾਂ ਕਰ ਰਹੇ ਆ, ਤੇ ਉਹ ਗੱਲਾਂ ਬਾਤਾਂ ਕਰਦਿਆਂ ਇਹ ਤੁਸੀਂ ਕੁਝ ਗੱਲਾਂ ਤੁਹਾਨੂੰ ਸਮਝ ਲੱਗੀਆਂ, ਕੁਝ ਥੈਰੇਪਿਸਟ ਨੇ ਤੁਹਾਨੂੰ ਸਮਝਾਈਆਂ, ਹੌਲੀ ਹੌਲੀ ਗੱਲਾਂ ਕਰਕੇ ਆਪਣੇ ਆਪ ਹੀ ਦਿਮਾਗ ਦੇ ਵਿੱਚ ਆ ਗਈਆਂ ਕਿ ਯਾਰ ਆਹ ਗੱਲ ਠੀਕ ਹੈ, ਮੈਂ ਕਹੀ ਤਾਂ ਹੈ ਪਰ ਇਹ ਗੱਲ ਅਸਲ 'ਚ ਗਲਤ ਮੈਨੂੰ ਲੱਗਦੀ, ਮੈਂ ਸੋਚਿਆ ਤਾਂ ਗਲਤ ਲੱਗਦਾ, ਸੁਣਨ ਵਾਲਾ ਕੰਨ ਮਿਲ ਗਿਆ। ਸੋ ਇਹ ਕਿਹਦਾ ਹੁੰਦੀ? ਇੱਕ ਫੈਮਿਲੀ ਥੈਰੇਪੀ ਹੁੰਦੀ ਆ। ਫੈਮਿਲੀ ਥੈਰੇਪੀ 'ਚ ਕੀ ਹੁੰਦੇ ਆ ਕਿ ਇੱਕ ਫੈਮਿਲੀ ਐਜ਼ ਅ ਯੂਨਿਟ ਆਉਂਦੀ ਹੈ ਕਿ ਕੋਈ ਬੱਚਾ ਹੈ, ਬੱਚੇ ਨੂੰ ਪ੍ਰੋਬਲਮ ਆ ਰਹੀ ਆ, ਜਾਂ ਕੋਈ ਹਸਬੈਂਡ ਹੈ ਉਹ ਕੰਮ ਤੋਂ ਘਰ ਹੀ ਨਹੀਂ ਆ ਰਿਹਾ, ਜਾਂ ਕੋਈ ਹੋਰ ਪ੍ਰੋਬਲਮ ਹੈ, ਕੁਝ ਕਿਸਮ ਦੀ ਚੱਲ ਰਹੀ ਟੈਨਸ਼ਨ ਘਰਾਂ ਦੇ ਵਿੱਚ। ਉਹ ਲੇਕਿਨ ਇੱਕ ਪਰਸਨ ਦੀ ਪ੍ਰੋਬਲਮ ਨਹੀਂ ਹੈ। ਜੇ ਇੱਕ ਪਰਸਨ ਨੂੰ ਕਹਾਂਗੇ ਵੀ ਇਹਦਾ ਕਸੂਰ ਹੈ, ਇਹ ਗਲਤ ਕੰਮ ਕਰ ਰਿਹਾ, ਤਾਂ ਉਹਦੇ ਨਾਲ ਕੁਝ ਠੀਕ ਨਹੀਂ ਹੋਣਾ। ਠੀਕ ਹੈ, ਸਮਝਣਾ ਕੀ ਹੈ ਕਿ ਵੀ ਹੋ ਕਿਉਂ ਰਿਹਾ, ਵੀ ਕੀ ਹੈ ਮਤਲਬ, ਵੀ ਉਹਨੂੰ ਸਟ੍ਰੈਸ ਜ਼ਿਆਦਾ ਹੈ ਜਾਂ ਉਹਨੂੰ ਕੁਝ ਮਿਸ ਅੰਡਰਸਟੈਂਡਿੰਗ ਹੈ ਜਾਂ ਉਹਨੂੰ ਕੋਈ ਕਨਫਿਊਜ਼ਨ ਹੈ, ਔਰ ਇਹਨੂੰ ਕਲੈਰੀਫਾਈ ਕਿੱਦਾਂ ਹੋਊਗਾ। ਇਹ ਜਦੋਂ 3-4 ਮੈਂਬਰ ਇਕੱਠੇ ਬੈਠਦੇ ਆ ਤੇ ਉਹ ਥੈਰੇਪਿਸਟ ਦੀ ਪ੍ਰੈਜ਼ੈਂਸ ਵਿੱਚ ਗੱਲ ਕਰ ਸਕਦੇ ਕਈ ਦਫਾ, ਕਿਉਂਕਿ ਜੇ ਇਕੱਲੇ ਖੁਦ ਇੱਕ ਦੂਸਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਤਾਂ ਭਾਵਨਾਵਾਂ ਭੜਕ ਜਾਂਦੀਆਂ, ਉਹ ਕੰਟਰੋਲ ਨਹੀਂ ਕਰ ਸਕਦੇ, ਉਹ ਡਰ ਜਾਂਦੇ ਆ। ਬਲੇਮ ਗੇਮ ਦਾ ਖਤਰਾ ਰਹਿੰਦਾ ਹੈ, ਬਲੇਮ ਗੇਮ ਆ ਜਾਂਦੀ, ਉਹ ਘਬਰਾ ਜਾਂਦੇ ਵੀ ਨਹੀਂ ਇਹ ਕੰਮ ਤੜਕ ਹੋ ਜਾਣਾ, ਸਾਡੇ ਕੋਲੋਂ ਹੈਂਡਲ ਨਹੀਂ ਹੋਣਾ ਕੰਮ ਇਹ, ਸੋ ਅਸੀਂ ਚੱਲਦੇ। ਆਖਰ ਦੇ ਵਿੱਚ ਤੁਹਾਡੇ ਵੱਲੋਂ ਸੁਣਿਆ ਮੈਂ ਸਾਡੀ ਆਡੀਅנס ਲਈ ਚਾਹੁੰਦਾ, ਕਿਉਂਕਿ ਐਜ਼ ਅ ਕਮਿਊਨਿਟੀ ਅਸੀਂ ਫੇਲ ਕਹਿ ਸਕਦਾ ਮੈਂ, ਬਾਕੀ ਡਾਕਟਰ ਸਾਹਿਬ ਸਹੀ ਵਰਡ ਯੂਜ਼ ਕਰਨਗੇ, ਫੇਲ ਹੈ ਅਸੀਂ ਇਹ ਆਇਡੈਂਟੀਫਾਈ ਕਰਨ ਨੂੰ ਕਿ ਸਾਡੇ ਲੋਕਾਂ ਦੀ ਮੈਂਟਲ ਹੈਲਥ ਦੀ ਪ੍ਰੋਬਲਮ ਹੈਗੀ ਆ ਤੇ ਉਹਨਾਂ ਨੂੰ ਮਦਦ ਚਾਹੀਦੀ ਹੈ। ਸੋ ਕਿਵੇਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਤੇ ਕਿੱਦਾਂ ਇਸ ਚੀਜ਼ ਨੂੰ ਲਿਆ ਜਾਏ ਕਿ ਦਿਮਾਗੀ ਸਿਹਤਮੰਦੀ ਦੀ ਜ਼ਰੂਰਤ ਸਾਡੀ ਸੋਸਾਇਟੀ ਨੂੰ ਵੀ ਸਮਝ ਆਵੇ, ਤੁਹਾਡਾ ਸੁਨੇਹਾ ਬੱਲਾ। ਬਿਲਕੁਲ, ਇਹ ਸਭ ਤੋਂ ਪਹਿਲੀ ਜਿਹੜੀ ਮੋਸਟ ਇੰਪੋਰਟੈਂਟ ਆਪਣੀ ਗੱਲ ਆਪਣੀ ਕਮਿਊਨਿਟੀ ਵਾਸਤੇ ਮੈਂ ਕਹਿਣਾ ਚਾਹੁੰਦਾ ਹੈ ਕਿ ਐਕਸੈਪਟੈਂਸ। ਠੀਕ ਹੈ ਨਾ, ਜਿਹੜੀ ਐਕਸੈਪਟੈਂਸ ਹੈ ਨਾ ਆਪਣੇ ਆਪ ਨੂੰ, ਇਹ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਇੱਕ ਦੂਸਰੇ ਨੂੰ ਐਕਸੈਪਟ ਕਰਨਾ ਸ਼ੁਰੂ ਕਰਦੇ ਆ ਨਾ, ਉਸ ਵਕਤ ਇਹ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਫਿਰ ਹੱਲ ਵੀ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਆਪਣੇ ਵਾਸਤੇ ਲੋਕਾਂ ਨੂੰ ਸਹਿਣਸ਼ੀਲਤਾ ਵਧੂਗੀ ਔਰ ਹੌਲੀ ਹੌਲੀ ਆਪਣੀ ਇੰਪਰੂਵ ਹੋਊਗੀ ਓਵਰਆਲ ਮੈਂਟਲ ਹੈਲਥ, ਬਿਕੋਜ਼ ਫਿਰ ਆਪਾਂ ਇਹਨਾਂ ਚੀਜ਼ਾਂ ਦੀ ਟ੍ਰੀਟਮੈਂਟਸ ਵਾਸਤੇ ਜਾ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਐਕਸੈਪਟ ਕਰਨਾ ਜ਼ਰੂਰੀ ਹੈ ਕਿ ਇਹ ਪ੍ਰੋਬਲਮ ਹੈ ਔਰ ਪ੍ਰੋਬਲਮ ਦੇ ਹੱਲ ਹੈ, ਬਜਾਏ ਕਿ ਇਹਨਾਂ ਚੀਜ਼ਾਂ ਵਿੱਚ ਆਪਾਂ ਅਗਲੇ ਤੇ ਗੁੱਸਾ ਕੱਢਣਾ ਸ਼ੁਰੂ ਕਰੀਏ ਜਾਂ ਅਗਲੇ ਨੂੰ ਮਾੜਾ ਕਹਿਣਾ ਸ਼ੁਰੂ ਕਰੀਏ ਜਾਂ ਕਹੀਏ ਇਹਨੂੰ ਨਾ ਬੁਲਾਓ, ਇਹਨਾਂ ਨੂੰ ਪਰੇ ਰੱਖੋ, ਜਾਂ ਤੇ ਨਾ ਇਹ ਆਵੇ, ਜਾਂ ਸਾਡੇ ਬੱਚੇ ਦੇ ਬਰਥਡੇ ਉੱਤੇ ਅਸੀਂ ਇਹਨਾਂ ਨੂੰ ਨਹੀਂ ਬੁਲਾਉਣਾ। ਠੀਕ ਹੈ, ਨਹੀਂ, ਇਹ ਐਕਸੈਪਟੈਂਸ ਹੈ। ਕਿਉਂਕਿ ਜਦੋਂ ਬੰਦਾ ਐਕਸੈਪਟੈਂਸ ਮਹਿਸੂਸ ਕਰਦਾ ਹੈ ਨਾ, ਉਸੇ ਵਕਤ ਉਹਨੂੰ ਹੌਸਲਾ ਮਿਲਦਾ। ਜਦੋਂ ਹੌਸਲਾ ਮਿਲਦਾ, ਕਈ ਦਫਾ ਕਈ ਲੋਕ ਹੌਸਲੇ ਦੇ ਨਾਲ ਰਿਕਵਰ ਕਰ ਜਾਂਦੇ ਆ। ਇਹ ਬਹੁਤ ਜ਼ਰੂਰੀ ਗੱਲ ਹੈ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਤੁਸੀਂ ਇੰਨਾ ਕੁਝ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਿਆ। ਇਹ ਚੀਜ਼ਾਂ ਦੱਸਣੀਆਂ ਇਸ ਲਈ ਜ਼ਰੂਰੀ ਸੀ, ਕਿਉਂ ਤੁਹਾਡੇ ਤੱਕ ਲਿਆਉਣੀ ਜ਼ਰੂਰੀ ਸੀ, ਮੈਂ ਬਾਰ-ਬਾਰ ਇਸ ਗੱਲ ਨੂੰ ਤੁਹਾਡੇ ਤੱਕ ਲੈ ਕੇ ਆ ਰਿਹਾ ਹਾਂ, ਕਹਿ ਰਿਹਾ ਹਾਂ ਕਿ ਐਜ਼ ਅ ਸੋਸਾਇਟੀ ਸਾਨੂੰ ਇਹ ਸਮਝਣਾ ਪਏਗਾ ਕਿ ਕਈ ਵਾਰ ਅਸੀਂ ਅੰਧ ਵਿਸ਼ਵਾਸਾਂ ਦੇ ਚਲਦੇ ਹਾਂ, ਵੀ ਲੋਕਾਂ ਨੂੰ ਇਗਨੋਰ ਕਰ ਜਾਂਦੇ ਹਾਂ, ਉਹਨਾਂ ਦਾ ਧਿਆਨ ਨਹੀਂ ਰੱਖਦੇ ਹਾਂ, ਉਹਨਾਂ ਨੂੰ ਕੱਟ ਆਫ ਕਰਦੇ ਹਾਂ। ਪਰ ਜਦੋਂ ਅਸੀਂ ਕਿਸੇ ਨੂੰ ਅਨਐਕਸੈਪਟੇਬਲ ਕਹਿ ਕੇ ਸਾਨੂੰ ਹਜ਼ਮ ਨਹੀਂ ਹੁੰਦਾ ਇਹ ਕਹਿ ਕੇ ਕੱਟ ਆਫ ਕਰ ਰਹੇ ਹਾਂ, ਤਾਂ ਹੋ ਸਕਦਾ ਆ ਕਿ ਉਹ ਸਲੋ ਡਿਪਰੈਸ਼ਨ ਦੇ ਵਿੱਚ ਸੁਸਾਈਡ ਵੱਲ ਨੂੰ ਜਾ ਰਿਹਾ ਹੋਵੇ, ਤੇ ਜੇ ਅਸੀਂ ਉਹਨੂੰ ਐਕਸੈਪਟ ਕਰ ਲਈਏ ਜਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹਦੀ ਜ਼ਿੰਦਗੀ ਬਚਾ ਦਈਏ। ਇਹੀ ਗੱਲ ਡਾਕਟਰ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ਉਹਨਾਂ ਦੀ ਦਿੱਤੀ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੋਏਗੀ ਔਰ ਕਿਸੇ ਦੀ ਮਦਦ ਦੇ ਵਿੱਚ ਐਜ਼ ਅ ਸੋਸਾਇਟੀ ਅਸੀਂ ਕਾਮਯਾਬ ਹੋਵਾਂਗੇ। ਡਾਕਟਰ ਸਾਹਿਬ ਵਾਂਸ ਅਗੇਨ ਥੈਂਕ ਯੂ ਸੋ ਮਚ ਫॉर योर टाइम, ਤੁਸੀਂ ਇੰਨਾ ਵਕਤ ਇੰਨੀ ਬਰੀਕੀ ਦੇ ਨਾਲ ਚੀਜ਼ਾਂ ਸਮਝਾਉਣ ਦਾ ਸਾਡੇ ਵਾਸਤੇ ਕੱਢਿਆ ਹੈ।